वाहिगुरु जी का खालसा, वाहिगुरु जी की फतेह। हमको कर तेरे दरबार, हमको कर तेरे दरबार। पौ कह आगे बदन बसार, पौ कह आगे बदन बसार। हमको कर तेरे दरबार, हमको कर तेरे दरबार। रब जन
दरबार, हमको करे तेरे दरबार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਜੀਣਾ ਸਿਖਾਉਂਦੀ ਹੈ। ਇਹ ਬਾਣੀ ਸਾਡੇ ਲਈ ਇੱਕ ਜੀਵਨ ਜਾਂਚ ਹੈ। ਸਮੁੱਚੀ ਮਨੁੱਖਤਾ ਬਾਣੀ ਪੜ੍ਹ ਕੇ, ਸਮਝ ਕੇ, ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੀ ਹੈ। ਪਰ ਇਹ ਹੋਗਾ ਕਦ? ਜਦੋਂ ਅਸੀਂ ਆਪਣੇ ਮਨ ਦੀ ਮਤ, ਆਪਣੀ ਈਗੋ, ਸਦੀਆਂ ਤੋਂ ਚੱਲ ਰਹੇ ਕਰਮ ਕਾਂਡਾਂ ਨੂੰ ਛੱਡਣ ਲਈ ਤਿਆਰੀ ਕਰ ਲਈਏ ਅਤੇ ਰੱਬ ਜੀ ਦੇ ਨਿਯਮ ਦੇ ਅਨੁਸਾਰ ਜ਼ਿੰਦਗੀ ਜੀਣੀ ਸ਼ੁਰੂ ਕਰੀਏ। ਫਿਰ ਅਸੀਂ ਆਪਣੀ ਮੰਜ਼ਿਲ ਤੱਕ ਜਿਉਂਦੇ ਜੀ ਪਹੁੰਚ ਸਕਦੇ ਹਾਂ। ਹੁਣ ਉਹ ਮੰਜ਼ਿਲ ਕਿਹੜੀ ਹੈ? ਪਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਾਂਜੀ, ਪਰ ਦੇਖੋ ਕਿੰਨੀ ਕਮਾਲ ਦੀ ਗੱਲ। ਗੁਰੂ ਸਾਹਿਬ ਨੇ ਸਾਨੂੰ ਇੰਨੇ ਪਿਆਰ ਨਾਲ ਸਮਝਾਇਆ, ਇਤਨੀ ਐਗਜ਼ਾਮਪਲਸ ਦਿੱਤੀਆਂ, ਸਮਾਜ ਦੇ ਪ੍ਰਚਲਿਤ ਸ਼ਬਦਾਵਲੀ ਯੂਜ਼ ਕਰਕੇ, ਸਮਾਜ ਦੀ ਪ੍ਰਚਲਿਤ ਚੀਜ਼ਾਂ ਵੀ ਯੂਜ਼ ਕੀਤੀਆਂ। ਅਸੀਂ ਜੋ ਆਪਣੇ ਆਸ-ਪਾਸ ਵੇਖਦੇ ਹਾਂ, ਉਹ ਐਗਜ਼ਾਮਪਲਸ ਯੂਜ਼ ਕਰਕੇ ਸਾਨੂੰ ਸਮਝਾਇਆ ਤਾਂ ਕਿ ਅਸੀਂ ਆਪਣੇ ਆਪ ਨੂੰ ਸਵਾਰ ਸਕੀਏ। ਐਗਜ਼ਾਮਪਲਸ ਤੇ ਦਿੱਤੀਆਂ, ਪਰ ਸਿਧਾਂਤ, ਪ੍ਰਿੰਸੀਪਲ ਵੀ ਆਪਣਾ ਹੀ ਸਮਝਾ ਦਿੱਤਾ ਕਿ ਹੇ ਦੁਨੀਆ ਦੇ ਲੋਗੋਂ, ਇਹ ਚੀਜ਼ਾਂ ਸਮਝ ਕੇ ਤੁਸੀਂ ਆਪਣੇ ਜ਼ਿੰਦਗੀ ਨੂੰ ਸਵਾਰ ਲਓ। ਮਿਸਾਲ ਦੇ ਤੌਰ ਤੇ ਗੁਰੂ ਸਾਹਿਬ ਨੇ ਅਨੇਕ ਪਸ਼ੂ ਪੰਛੀਆਂ ਦੇ ਐਗਜ਼ਾਮਪਲਸ ਦਿੱਤੇ, ਪਰ ਜਦੋਂ ਅਸੀਂ ਬੜੇ ਪਿਆਰ ਨਾਲ ਸਮਝੀਏ, ਬਾਣੀ ਤੇ ਅਸੀਂ ਪੜ੍ਹਨੀ ਹੈ ਨਾ, ਤੇ ਅਸੀਂ ਸੋਚਣਾ ਹੈ ਕਿ ਕੀ ਕਿਤੇ ਸਾਡੀ ਹਾਲਤ ਕਰਤੂਤ ਪਸ਼ੂ ਕੀ ਮਾਨਸ ਜ਼ਾਤ ਵਾਲੀ ਤੇ ਨਹੀਂ ਹੋ ਗਈ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਬਾਣੀ ਵਿੱਚ ਜਾਨਵਰਾਂ ਦੀ ਐਗਜ਼ਾਮਪਲਸ ਵਰਤੀਆਂ ਗਈਆਂ। ਅਸੀਂ ਵੇਖਦੇ ਹਾਂ ਕਿ ਕੁੱਤੇ ਦੀ ਐਗਜ਼ਾਮਪਲਸ ਯੂਜ਼ ਕਰਕੇ ਵੀ ਸਾਨੂੰ ਸਮਝਾਇਆ ਗਿਆ ਹੈ। ਬਾਣੀ ਵਿੱਚ ਸਾਨੂੰ ਸ਼ਬਦ ਮਿਲਦੇ ਹਨ ਜਿਵੇਂ ਸਵਾਨ, ਕੂਕਰ, ਤੇ ਅਸੀਂ ਹੁਣੇ ਹੀ ਸੁਣਿਆ, ਹਮ ਕੂਕਰ ਤੇਰੇ ਦਰਬਾਰ। ਹੁਣ ਬੜੀ ਇਮਾਨਦਾਰੀ ਨਾਲ ਅਸੀਂ ਸਮਝਣਾ ਹੈ ਕਿ ਕੁੱਤੇ ਦੇ ਜੋ ਪੋਜ਼ਿਟਿਵ ਐਸਪੈਕਟਸ ਸਮਝਾਏ ਹਨ ਕਿ ਉਹ ਸਾਡੇ ਵਿੱਚ ਹੈ। ਸਿਮਿਲਰਲੀ ਕੁੱਤੇ ਦੇ ਜੋ ਨੈਗੇਟਿਵ ਐਸਪੈਕਟਸ ਦੱਸੇ ਹਨ, ਕਿਧਰ ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਕੰਮ ਤੇ ਨਹੀਂ ਕਰਦੇ ਪਏ। ਕਰੈਕਟ। ਅਸੀਂ ਵੇਖਦੇ ਹਾਂ ਕਾਫੀ ਲੋਕ ਡੌਗਸ ਨੂੰ ਪੈਟਸ ਰੱਖਦੇ ਹਨ ਐਂਡ ਦੇ ਟ੍ਰੀਟ them as family, ਕਿਉਂਕਿ ਇੱਕ ਡੌਗ ਵਿੱਚ ਨਾ ਕਾਫੀ ਗੁਣ ਹੁੰਦੇ ਨੇ। ਫੋਰ ਐਗਜ਼ਾਮਪਲ, ਕੁੱਤਾ ਮਨੁੱਖ ਦਾ ਸਭ ਤੋਂ ਚੰਗਾ ਦੋਸਤ ਮੰਨਿਆ ਜਾਂਦਾ ਹੈ। ਇੱਕ ਕੁੱਤਾ ਬੜਾ ਹੀ ਵਫਾਦਾਰ ਹੁੰਦਾ ਹੈ, ਤਾਂ ਹੀ ਤਾਂ ਉਹਨੂੰ ਇੰਨੇ ਸ਼ੌਂਕ ਨਾਲ ਪਾਲਿਆ ਜਾਂਦਾ ਹੈ। ਬਿਲਕੁਲ ਸਹੀ। ਗੁਰੂ ਸਾਹਿਬ ਇਹੀ ਤੇ ਸਾਨੂੰ ਸਮਝਾਉਂਦੇ ਹਨ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਇੱਕ ਕੁੱਤਾ ਆਪਣੇ ਮਾਲਿਕ ਦਾ ਵਫਾਦਾਰ ਹੁੰਦਾ ਹੈ, ਹੇ ਮਨੁੱਖ, ਤੂੰ ਵੀ ਇਸੀ ਢੰਗ ਨਾਲ ਰੱਬੀ ਰਜ਼ਾ ਵਿੱਚ ਜ਼ਿੰਦਗੀ ਜੀਣਾ ਸਿੱਖ ਲੈ ਅਤੇ ਇੱਕ ਮਨ, ਇੱਕ ਚਿੱਤ ਹੋ ਕੇ ਆਪਣੇ ਜੀਵਨ ਵਿੱਚ ਗੁਣਾਂ ਨੂੰ ਧਾਰਨ ਕਰ ਲੈ। ਜਦੋਂ ਇਹ ਚੀਜ਼ ਅਸੀਂ ਸਮਝ ਲਈ, ਫਿਰ ਅਸੀਂ ਕਿਸੇ ਨੂੰ ਧੋਖਾ ਨਹੀਂ ਦੇਵਾਂਗੇ। ਸਾਡੇ ਸਾਰੇ ਰਿਲੇਸ਼ਨਸ ਵਿੱਚ ਇਮਾਨਦਾਰੀ ਆ ਜਾਏਗੀ, ਵਫਾਦਾਰੀ ਆ ਜਾਏਗੀ। ਅਸੀਂ ਅਨਕੰਡੀਸ਼ਨਲ ਲਵ ਕਰਨਾ ਸਿੱਖ ਲਾਂਗੇ ਤੇ ਹੋਏਗਾ ਕਿ ਜਿਉਂਦੇ ਜੀ ਸਾਡਾ ਜੀਵਨ ਸਵਰਗ ਬਣ ਜਾਏਗਾ, ਸਾਡੇ ਰਿਲੇਸ਼ਨਸ ਵਿੱਚ ਪਿਆਰ ਆ ਜਾਏਗਾ। ਬਿਲਕੁਲ, ਕਬੀਰ ਸਾਹਿਬ ਵੀ ਇਹੀ ਤਾਂ ਸਮਝਾ ਰਹੇ ਹਨ, ਹਮ ਕੂਕਰ ਤੇਰੇ ਦਰਬਾਰ, ਪੌਂਕੇ ਆ ਗਏ ਬਦਨ ਪਸਾਰ। ਹੇ ਰੱਬ ਜੀ, ਮੈਂ ਤੇਰੇ ਦਰ ਦਾ ਕੂਕਰ ਹਾਂ। ਕਬੀਰ ਕੂਕਰ ਰਾਮ ਕੋ, ਮੁਤਿਆ ਮੇਰੋ ਨਾਓ, ਗਲੇ ਹਮਾਰੇ ਜ਼ੇਵਰੀ, ਜਾਂ ਖਿੰਚੇ ਤਾਂ ਜਾਓ। ਭਾਵ, ਬਸ ਮੈਂ ਹੁਣ ਆਪਣਾ ਜੀਵਨ ਰੱਬੀ ਨਿਯਮਾਵਲੀ ਅਨੁਸਾਰ ਹੀ ਬਣਾ ਲਿਆ ਹੈ। ਹੁਣ ਮੈਂ ਆਪਣੇ ਜੀਵਨ ਵਿੱਚੋਂ ਸਾਰੀ ਡੁਆਲਿਟੀ ਖਤਮ ਕਰ ਦਿੱਤੀ ਹੈ। ਕਿਆ ਬਾਤ ਹੈ। ਪਰ ਦੇਖੋ, ਗੁਰੂ ਨਾਨਕ ਸਾਹਿਬ ਇੱਕ ਹੋਰ ਚੀਜ਼ ਸਮਝਾਉਂਦੇ ਪਏ ਹਨ।
एते कुकर हाउ बेगाना ਭੌਂਕਾ ਇਸ ਤਨ ਤਾਹੀ। ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਟਰੀਟ ਡੌਗਸ ਦਾ ਵੀ ਆਪਣਾ ਏਰੀਆ ਹੁੰਦਾ ਹੈ, ਤੇ ਅਗਰ ਕੋਈ ਦੂਜਾ ਡੌਗ ਜਾਂ ਗਰੁੱਪ ਆਫ ਡੌਗਸ ਕਿਸੇ ਦੂਜੇ ਡੌਗ ਦੇ ਏਰੀਆ ਵਿੱਚ ਆ ਜਾਣ ਤੇ ਉਹ ਸ਼ੋਰ ਮਚਾਉਂਦਾ ਹੈ। ਹੁਣ ਜਿਸ ਤਰ੍ਹਾਂ ਉਹ ਸ਼ੋਰ ਮਚਾਉਂਦਾ ਹੈ, ਭੌਂਕਦਾ ਹੈ ਆਪਣੀ ਜਾਨ ਬਚਾਉਣ ਲਈ, ਠੀਕ ਉਸੀ ਤਰ੍ਹਾਂ ਹੇ ਰੱਬ ਜੀ, ਵਿਕਾਰਾ ਰੂਪੀ ਅਨੇਕ ਕੁੱਤੇ ਹਨ। ਉਹ ਹੁਣ ਮੇਰੇ ਏਰੀਆ ਵਿੱਚ ਨੇ, ਮੈਂ ਉਹਨਾਂ ਵਿੱਚ ਫਸਿਆ ਪਿਆ ਹਾਂ। ਜਿੰਨੀ ਮੈਂ ਆਪ ਜੀ ਦੀ ਸਿਫਤ ਸਲਾਹ ਕਰਦਾ ਹਾਂ, ਭਾਵ ਆਪ ਜੀ ਦੇ ਗੁਣ ਆਪਣੇ ਜੀਵਨ ਵਿੱਚ ਅਪਣਾਉਂਦਾ ਹਾਂ, ਉਹ ਆਪਣੇ ਆਪ ਨੂੰ ਇਹਨਾਂ ਵਿਕਾਰਾ ਰੂਪੀ ਕੁੱਤਿਆਂ ਤੋਂ ਬਚਾਉਣ ਲਈ ਹੈ। मतलब एक होर एंगल खुलदा है, कुत्ते ਦਾ ਕੋਈ 네ਗੇਟਿਵ ਰੂਪ ਵੀ ਹੈ ਜੋ ਸਾਨੂੰ ਸਮਝਣਾ ਪਏਗਾ। ਤਾਂ ਹੀ ਤਾਂ ਸਕੂਲ ਵਿੱਚ ਬੱਚਿਆਂ ਨੂੰ ਇੱਕ ਕਹਾਣੀ ਵੀ ਸਿਖਾਈ ਜਾਂਦੀ ਹੈ ਨਾ, ਗ੍ਰੀਡੀ ਡੌਗ ਵਾਲੀ। ਬਿਲਕੁਲ, ਕੁੱਤੇ ਦੇ ਨੈਗੇਟਿਵ ਰੂਪ ਤੋਂ ਅਸੀਂ ਇਹ ਸਮਝਣਾ ਹੈ ਕਿਧਰ ਉਹ ਕਮਜ਼ੋਰੀਆਂ, ਗਲਤੀਆਂ ਅਸੀਂ ਆਪਣੇ ਜੀਵਨ ਵਿੱਚ ਤੇ ਨਹੀਂ ਲੈ ਆਏ। ਫॉर एग्जाम्पल ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਹੈ, ਇੱਕ ਸਵਾਨ ਦੋਏ ਸਵਾਨੀ ਨਾਲ ਪਲਕੇ ਭੌਂਕੇ ਸਦਾ ਬਿਆਲ। ਇਧਰ ਗੁਰੂ ਮਹਾਰਾਜ ਨੇ ਐਗਜ਼ਾਮਪਲ ਦਿੱਤੀ ਹੈ ਇੱਕ ਸਵਾਨ ਦੀ ਅਤੇ ਦੋ ਸਵਾਨੀ ਦੀ। ਮੇਰੀ ਬਿਰਤੀ ਸ਼ਿਕਾਰੀ ਹੋ ਚੁੱਕੀ ਹੈ ਅਤੇ ਮੇਰੇ ਨਾਲ ਇੱਕ ਲੋਭ ਰੂਪੀ ਕੁੱਤਾ ਹੈ ਅਤੇ ਆਸਾ ਤੇ ਤ੍ਰਿਸ਼ਨਾ ਰੂਪੀ ਕੁੱਤੀਆਂ ਹਨ। ਇਹ ਨਿਤ ਭੌਂਕਦੇ ਨੇ, ਭਾਵ ਮੈਂ ਜੀਵਨ ਵਿੱਚ ਲੋਭੀ ਬਣ ਜਾਂਦਾ ਹਾਂ, ਤ੍ਰਿਸ਼ਨਾ ਕਰਕੇ ਆਪਣਾ ਜੀਵਨ ਬਰਬਾਦ ਕਰ ਲੈਂਦਾ ਹਾਂ। ਪਰ ਜੇ ਇਹਨਾਂ ਤੋਂ ਬਚਣਾ ਚਾਹੁੰਦਾ ਹਾਂ ਤਾਂ ਇਸੀ ਸ਼ਬਦ ਦੇ ਰਾਹ ਵਿੱਚ ਗੁਰੂ ਪਾਤਸ਼ਾਹ ਨੇ ਸਮਝਾ ਦਿੱਤਾ, ਤੇਰਾ ਇੱਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ ਰਹਾਓ। ਭਾਵ ਰੱਬੀ ਨਿਜਮਾਂ ਨੂੰ, ਉਹਨਾਂ ਦੇ ਗੁਣਾਂ ਨੂੰ ਜੇ ਮੈਂ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਤੇ ਇਹਨਾਂ ਅਵਗੁਣਾਂ ਤੋਂ ਛੁੱਟਿਆ ਜਾ ਸਕਦਾ ਹੈ। मतलब बिल्कुल स्पष्ट हो गया, जे कुत्ते ਦਾ ਵਫਾਦਾਰੀ ਵਾਲਾ ਗੁਣ ਮੈਂ ਸਿੱਖ ਲਿਆ, ਆਪਣੇ ਘਰ ਨੂੰ, ਆਪਣੇ ਰਿਸ਼ਤਿਆਂ ਨੂੰ ਸਵਰਗ ਬਣਾ ਸਕਦਾ ਹਾਂ। ਪਰ ਜੇ ਜੀਵਨ ਵਿੱਚ ਲੋਭ ਲੈ ਆਇਆ, ਤ੍ਰਿਸ਼ਨਾਲੂ ਬਿਰਥੀ ਲੈ ਆਇਆ, ਤੇ ਆਪਣੇ ਜੀਵਨ ਨੂੰ ਮੈਂ ਆਪ ਹੀ ਬਰਬਾਦ ਕਰ ਰਿਹਾ ਹਾਂ। ਬਿਲਕੁਲ, ਅਸੀਂ ਸੁਖਮਨੀ ਸਾਹਿਬ ਵਿੱਚ ਵੀ ਦੇਖਦੇ ਹਾਂ ਕਿ ਜਿਹੜੇ ਮਨੁੱਖ ਵਿੱਚ ਰਾਜ ਦਾ, ਪਾਵਰ ਦਾ ਅਭਿਮਾਨ ਹੈ, ਅਹੰਕਾਰ ਹੈ, ਉਹ ਜਿਉਂਦੇ ਜੀ ਇੱਥੇ ਹੀ ਕੁੱਤੇ ਦੀ ਜੋਨ ਭੋਗਦਾ ਪਿਆ ਹੈ ਤੇ ਨਰਕ ਵਾਲਾ ਜੀਵਨ ਬਤੀਤ ਕਰਦਾ ਪਿਆ ਹੈ। ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜਾਂ ਫਿਰ ਜਿਨ੍ਹਾਂ ਦੀ ਮਤ, ਜਿਨ੍ਹਾਂ ਦਾ ਆਚਰਣ ਰੱਬ ਜੀ ਦੀ ਸਿੱਖਿਆਵਾਂ ਤੋਂ, ਉਹਨਾਂ ਦੇ ਗੁਣਾਂ ਤੋਂ ਸਖਣਾ ਹੈ, ਉਹਨਾਂ ਨੂੰ ਵੀ ਬਾਣੀ ਵਿੱਚ ਕੂਕਰ ਕਿਹਾ ਹੈ। ਪ੍ਰਮਾਣ, ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੂਕਰ ਜੂਠਨ ਮੈਂ ਪਾਏ। ਆਮ ਤੌਰ ਤੇ ਇੱਕ ਕਹਾਵਤ ਬੜੀ ਪ੍ਰਚਲਿਤ ਹੈ ਕਿ ਕੁੱਤੇ ਦੀ ਦੁਮ ਟੇਡੀ ਦੀ ਟੇਡੀ ਹੀ ਰਹਿੰਦੀ ਹੈ। ਬਾਣੀ ਵਿੱਚ ਵੀ ਇਹਦਾ ਜ਼ਿਕਰ ਹੈ, पंडित संग वसै जन मूरख, आगम सास सुने, अपना आप तू कबो न छोड़स, ਸਵਾਨ ਪੂੰਛ ਜਿਉ ਰੇ। ਭਾਵ ਮੇਰੇ ਜਿਹੋ ਜਿਹਾ ਬੰਦਾ ਧਾਰਮਿਕ ਗ੍ਰੰਥ ਪੜ੍ਹਦਾ ਹੈ, ਚੰਗੇ ਲੋਕਾਂ ਦੀ, ਚੰਗੇ ਖਿਆਲਾਂ ਦੀ ਸੰਗਤ ਕਰਦਾ ਹੈ, ਪਰ ਤਾਂ ਵੀ ਮੇਰੇ ਵਿੱਚ ਕੋਈ ਬਦਲਾਵ ਨਹੀਂ ਦਿਸਦਾ, ਕਿਉਂਕਿ ਮੇਰੀ ਹਾਲਤ ਕੁੱਤੇ ਦੀ ਪੂੰਛ ਵਾਂਗ ਹੈ। ਬਿਲਕੁਲ ਸਹੀ, ਕਿਉਂਕਿ ਉਹਦਾ ਕਾਰਨ ਹੈ ਮੇਰੇ ਅੰਦਰ ਦਾ ਈਗੋ। ਆਈ ਐਮ ਨਾਟ ਵਿਲਿੰਗ ਟੂ ਲਰਨ। ਮੇਰੇ ਜਿਹੋ ਜਿਹਾ ਬੰਦਾ ਬੋਲਦਾ ਹੈ, ਇੰਨੇ ਸਾਲਾਂ ਤੋਂ ਮੈਂ ਜ਼ਿੰਦਗੀ ਜਿਉਂਦਾ ਆਇਆ ਹਾਂ, ਕਿ ਮੈਨੂੰ ਜੀਣ ਦਾ ਘੱਟ ਤਜਰਬਾ ਹੈ। ਹੁਣ ਇਹ ਫੈਸਲਾ ਅਸੀਂ ਹੀ ਲੈਣਾ ਹੈ ਕਿ ਵਫਾਦਾਰੀ ਵਾਲਾ ਗੁਣ ਜੀਵਨ ਵਿੱਚ ਲੈ ਕੇ ਆਣਾ ਹੈ। ਇੱਕ ਸਿਧਾਂਤ ਦੇ ਲੜ लगना है, कबीर कुकर राम को वाली प्यारी अवस्था ਦਾ ਆਨੰਦ ਮਾਣਨਾ ਹੈ, ਜਾਂ ਫਿਰ ਲਾਲਚੀ ਸੁਭਾਅ ਦਾ ਧਾਰਨੀ ਹੋ ਕੇ ਦੁਆਰੇ ਦੁਆਰ ਡੋਲਣਾ ਹੈ। ਇੱਕ ਦਰ ਦਾ, ਇੱਕ ਮਾਲਿਕ ਦਾ ਨਹੀਂ ਹੋਣਾ, ਰੱਬੀ ਨਿਯਮ ਨੂੰ ਨਹੀਂ ਸਮਝਣਾ। ਸੁਖ ਕੇ ਹੇਤ ਬਹੁਤ ਦੁਖ ਪਾਵਤ, सेव करत जन जन की,
द्वारे द्वार स्वान ज्यों डोलत, ना सुध राम भजन की। ਬਹੁਤ ਖੂਬ। ਮਤਲਬ ਅਸੀਂ ਇਹ ਸਮਝੇ ਹਾਂ ਕਿ ਗੁਰੂ ਸਾਹਿਬ ਸਾਨੂੰ ਇੰਨੇ ਪਿਆਰ ਨਾਲ ਸਾਡੀ ਉਂਗਲੀ ਫੜ ਕੇ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦੇ ਰਹੇ ਹਨ, ਕੁੱਕਰ ਦੀ ਐਗਜ਼ਾਮਪਲ ਦੇ ਕੇ ਸਮਝਾ ਰਹੇ ਹਨ। हे ਮਨੁੱਖ, ਜਾਗ ਜਾ, ਸਮਝ ਜਾ, ਤੇਰੇ ਅੰਦਰ ਸਭ ਤੋਂ ਵੱਧ ਕਮੀ ਹੈ ਵਫਾਦਾਰੀ ਦੀ, ਉਹ ਕੁੱਤੇ ਕੋਲੋਂ ਸਿੱਖ ਲੈ। ਨਾਲ ਇਹ ਵੀ ਸਮਝਾ ਦਿੱਤਾ, ਜੇ ਤੂੰ ਲਾਲਚੀ ਬਣ ਬੈਠਾ ਹੈ, ਹਰ ਜਗ੍ਹਾ ਭਟਕ ਰਿਹਾ ਹੈ, ਤੈਨੂੰ ਗ੍ਰੀਡੀ ਡੌਗ ਦੀ ਕਹਾਣੀ ਸਕੂਲ ਤੋਂ ਹੀ ਸਿਖਾਈ, ਪਰ ਤੂੰ ਸਮਝ ਨਾ ਸਕਿਆ। ਲਾਲਚ ਕਰਕੇ ਤੂੰ ਆਪਣੇ ਜੀਵਨ ਨੂੰ, ਆਪਣੇ ਸਮਾਜ ਨੂੰ ਨਰਕ ਬਣਾ ਰਿਹਾ ਹੈ। ਹਾਂਜੀ, ਹੁਣ ਇਹ ਸਾਡੇ ਉੱਤੇ ਹੈ ਕਿ ਅਸੀਂ ਕੀ ਬਣਨਾ ਹੈ। ਦੁਆਰੇ ਦੁਆਰ ਸਵਾਨ ਜਿਉਂ ਡੋਲਤ ਵਾਲੀ ਬਿਰਤੀ ਦਾ ਤਾਰਨੀ, ਈਗੋ ਵਿੱਚ ਫਸਿਆ ਹੋਇਆ ਆਪਣਾ ਆਪ ਤੂੰ ਕਭੂ ਨਾ ਛੋੜਸ ਸਵਾਨ ਪੂੰਛ ਜੋਰੇ ਵਾਲੀ ਬਿਰਤੀ ਦਾ ਤਾਰਨੀ, या फिर कबीर कुकर राम को वाली बिरती दा तारनी, हम कुकर तेरे दरबार दी बिरती दा तारनी। ਤੇ ਆਓ ਅਸੀਂ ਲਾਲਚ, ਹਾਂ ਛੱਡ ਕੇ ਉਸ ਇੱਕ ਦੇ ਪ੍ਰਤੀ ਵਫਾਦਾਰੀ ਦਾ ਗੁਣ ਆਪਣੇ ਜੀਵਨ ਵਿੱਚ ਲੈ ਕੇ ਆਈਏ, ਤਾਂ ਕਿ ਸਾਡੇ ਘਰ ਸਵਰਗ ਬਣ ਜਾਣ। ਅਸੀਂ ਤੁਹਾਡੇ ਲਈ ਹੋਰ ਵੀ ਇਹੋ ਜਿਹੇ ਟੌਪਿਕਸ ਲਾਉਣ ਦਾ ਯਤਨ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।